Hello students, I am your teacher Dr. Satinder Kaur, and in today's lecture I am going to explain the theory of demand। बहुत ਮੈਸੇजेस ਆ ਰਹੇ ਸੀ ਮੈਨੂੰ YouTube ਤੇ ਕਮੈਂਟ ਬਾਕਸ ਦੇ ਵਿੱਚ ਕਿ ਮਾਈਕਰੋ ਇਕਨੋਮਿਕਸ ਦੇ ਜਿਹੜੀ ਸਾਰੀ ਬੁੱਕ ਹੈ ਪ੍ਰਿੰਸੀਪਲਸ ਆਫ ਇਕਨੋਮਿਕਸ ਦੀ ਬੇਸਿਕ ਮਾਈਕਰੋ ਇਕਨੋਮਿਕਸ ਦੀ ਤਾਂ ਉਹਦੇ ਤੇ ਪੂਰੀ ਬੁੱਕ ਦੇ ਉੱਤੇ ਲੈਕਚਰ ਬਣਾਏ ਜਾਣ। ਸੋ ਆਈ ਐਮ ਟਰਾਈਂਗ ਮਾਈ ਬੈਸਟ। ਸੋ ਟੂਡੇ ਆਈ ਐਮ ਗੋਇੰਗ ਟੂ ਐਕਸਪਲੇਨ ਦ ਥਿਊਰੀ ਆਫ ਡਿਮਾਂਡ। ਇਸ ਨੂੰ ਆਪਾਂ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਕਿ ਕਨਸੈਪਟ ਕਲੈਰਿਟੀ ਹੋ ਸਕੇ। ਸੋ ਥਿਊਰੀ ਆਫ ਡਿਮਾਂਡ ਨੂੰ ਐਕਸਪਲੇਨ ਕਰਨ ਦੇ ਲਈ ਸਭ ਤੋਂ ਪਹਿਲੇ ਵੀ ਹੈਵ ਟੂ ਨੋ ਦੈਟ ਕਿ ਦੇਰ ਆਰ ਥ੍ਰੀ ਥਿੰਗਸ। ਵਨ ਇਜ਼ ਦ ਡਿਜ਼ਾਇਰ, ਸੈਕਿੰਡ ਇਜ਼ want and third is demand। ਸੋ ਇਹਨਾਂ ਚੀਜ਼ਾਂ 'ਚ ਫ਼ਰਕ ਕੀ ਹੈ? ਡਿਜ਼ਾਇਰ ਜਿਹੜੀ ਹੁੰਦੀ ਹੈ ਕਿਸੇ ਚੀਜ਼ ਦੀ ਇੱਛਾ, ਜਿਵੇਂ ਇਹੋ ਜਿਹੀ ਇੱਛਾ ਜਿਹੜਾ ਤੁਹਾਡਾ ਸੁਪਨਾ ਹੈ ਤੇ ਹੋ ਸਕਦਾ ਉਹ ਪੂਰਾ ਨਾ ਹੋ ਸਕਦਾ ਹੋਵੇ ਫਿਲਹਾਲ ਦੇ ਕੇਸ ਦੇ ਲਈ। ਜਿਵੇਂ ਕਿ ਫੋਰ ਐਗਜ਼ਾਮਪਲ ਮੇਰੀ ਡਿਜ਼ਾਇਰ ਹੈ ਕਿ ਮੇਰਾ ਆਪਣਾ ਜਿਹੜਾ ਹੈ ਪਰਸਨਲ ਜੈਟ ਹੋਵੇ ਅਤੇ ਮੈਂ ਉਹਦੇ ਵਿੱਚ ਹੀ ਆਪਣਾ ਜਿੱਥੇ ਵੀ ਜਿਹੜੀ ਵੀ ਕੰਟਰੀ 'ਚ ਜਾਣਾ ਮੈਂ ਜਾਵਾਂ। ਇਹ ਮੇਰੀ ਡਿਜ਼ਾਇਰ ਹੈ। ਇਹ ਮੇਰੀ ਡਿਜ਼ਾਇਰ ਕਿਉਂ ਹੈ? ਕਿਉਂਕਿ ਫਿਲਹਾਲ ਮੇਰੇ ਤੋਂ ਇੰਨੇ ਪੈਸੇ ਨਹੀਂ ਹੈ ਕਿ ਮੈਂ ਆਪਣਾ ਪਰਸਨਲ ਜੈਟ ਪਰਚੇਜ਼ ਕਰ ਸਕਾਂ। ਸੋ ਡਿਜ਼ਾਇਰ ਉਹ ਹੁੰਦੀ ਹੈ ਜਿਹੜੀ ਇੱਕ ਇੱਛਾ ਹੈ ਪਰ ਜਿਸ ਦੇ ਲਈ ਤੁਹਾਡੇ ਕੋਲ ਜਿਸ ਨੂੰ ਪਰਚੇਜ਼ ਕਰਨ ਦੇ ਲਈ ਫੁੱਲਫਿਲ ਕਰਨ ਦੇ ਲਈ ਤੁਹਾਡੇ ਤੋਂ ਪਰਚੇਜ਼ਿੰਗ ਪਾਵਰ ਨਹੀਂ ਹੈ ਅਤੇ ਤੁਸੀਂ ਉਸ ਨੂੰ ਪਰਚੇਜ਼ ਫਿਲਹਾਲ ਦੀ ਘੜੀ ਦੇ ਲਈ ਨਹੀਂ ਕਰ ਸਕਦੇ। ਦੂਸਰੀ ਹੁੰਦੀ ਹੈ ਵਾਂਟ। ਵਾਂਟ ਇਹ ਹੁੰਦੀ ਹੈ ਕਿ ਤੁਹਾਡੀ ਇੱਛਾ ਹੈ, ਤੁਸੀਂ ਖਰੀਦ ਵੀ ਸਕਦੇ ਹੋ, ਤੁਹਾਡੀ ਯੋਗਤਾ ਹੈ, ਮਤਲਬ ਕਿ ਤੁਹਾਡੇ ਤੋਂ ਅਫੋਰਡੇਬਿਲਿਟੀ ਹੈਗੀ ਹੈ ਕਿ ਤੁਸੀਂ ਉਸਨੂੰ ਪਰਚੇਜ਼ ਕਰ ਸਕੋ ਪਰ ਤੁਸੀਂ ਕਿਸੇ ਕਾਰਨ ਕਰਕੇ ਉਸਨੂੰ ਪਰਚੇਜ਼ ਨਹੀਂ ਕਰ ਰਹੇ। ਇਸ ਨੂੰ ਇੱਕ ਐਗਜ਼ਾਮਪਲ ਨਾਲ ਆਪਾਂ ਕਰ ਸਕਦੇ ਹਾਂ ਕਿ ਮੰਨ ਲਓ ਤੁਸੀਂ ਮਾਰਕੀਟ ਦੇ ਵਿੱਚ ਗਏ ਅਤੇ ਤੁਸੀਂ ਆਪਣੇ ਫਰੈਂਡ ਨੂੰ ਬੋਲਿਆ ਯੂ ਹੈਵ 50 ਰੁਪੀਜ਼। ਤੁਸੀਂ ਆਪਣੇ ਫਰੈਂਡ ਨੂੰ ਬੋਲਿਆ ਕਿ ਮੇਰਾ ਗੋਲ ਗੱਪੇ ਖਾਣ ਨੂੰ ਦਿਲ ਕਰ ਰਿਹਾ। ਤੁਹਾਡਾ ਪਲਾਨ ਬਣਿਆ, ਤੁਹਾਡੇ ਤੋਂ ਪੈਸੇ ਵੀ ਹੈਗੇ ਕਿ 40 ਰੁਪੀਜ਼ ਦੀ ਗੋਲ ਗੱਪੇ ਦੀ ਪਲੇਟ ਹੈ, ਤੁਸੀਂ ਉਸਨੂੰ ਪਰਚੇਜ਼ ਵੀ ਕਰ ਸਕਦੇ ਹੋ ਬਟ ਯੂ ਆਰ ਨਾਟ ਪਰਚੇਜ਼ਿੰਗ ਇਟ ਬਿਕੋਜ਼ ਤੁਹਾਡੇ ਫਰੈਂਡ ਨੇ ਇਹ ਬੋਲ ਦਿੱਤਾ ਕਿ ਨਹੀਂ ਯਾਰ ਇਸ ਦੇ ਨਾਲ ਗਲਾ ਖਰਾਬ ਹੋ ਜਾਏਗਾ, ਮੌਸਮ ਅੱਛਾ ਨਹੀਂ ਚੱਲ ਰਿਹਾ, ਆਪਾਂ ਫੇਰ ਕਦੀ ਖਾਵਾਂਗੇ। ਸੋ ਦੈਟ ਮੀਨਸ ਕਿ ਤੁਹਾਡੀ ਵਾਂਟ ਸੀਗੀ, ਵਾਂਟ ਸੀ ਪਰਚੇਜ਼ ਕਰਨ ਲਈ, ਤੁਹਾਡੇ ਤੋਂ ਪਰਚੇਜ਼ਿੰਗ ਪਾਵਰ ਵੀ ਸੀ, ਅਫੋਰਡੇਬਿਲਿਟੀ ਵੀ ਸੀ ਕਿ ਉਸਨੂੰ ਉਸਦੇ ਗਿਵਨ ਪ੍ਰਾਈਸ ਦੇ ਉੱਤੇ ਤੁਸੀਂ ਉਸਨੂੰ ਪਰਚੇਜ਼ ਵੀ ਕਰ ਸਕੋ ਬਟ ਫੇਰ ਵੀ ਬਿਕੋਜ਼ ਆਫ ਸਮ ਰੀਜ਼ਨਸ ਤੁਸੀਂ ਉਸਨੂੰ ਮਾਰਕੀਟ 'ਚੋਂ ਪਰਚੇਜ਼ ਨਹੀਂ ਕੀਤਾ। ਥਰਡ ਹੁੰਦੀ ਹੈ ਡਿਮਾਂਡ। ਡਿਮਾਂਡ ਦੇ ਵਿੱਚ ਤਿੰਨੋਂ ਫੀਚਰਸ ਹੁੰਦੇ ਆ। ਤੁਹਾਡੀ ਇੱਛਾ ਵੀ ਹੈ, ਖਰੀਦ ਸ਼ਕਤੀ ਵੀ ਹੈ, ਮਤਲਬ ਕਿ ਯੂ ਵਾਂਟ ਟੂ ਪਰਚੇਜ਼ ਦਿਸ, ਯੂ ਹੈਵ ਇਨਫ ਪਾਵਰ ਪਰਚੇਜ਼ਿੰਗ ਪਾਵਰ ਟੂ ਪਰਚੇਜ਼ ਦਾ ਕਮੋਡਿਟੀ, ਮਤਲਬ ਕਿ ਤੁਹਾਡਾ ਜੋ ਵੀ ਉਹਦੀ ਕਮੋਡਿਟੀ ਦਾ ਪ੍ਰਾਈਸ ਹੈ ਮਾਰਕੀਟ ਦੇ ਵਿੱਚ ਤੁਸੀਂ ਉਸਨੂੰ ਖਰੀਦ ਸਕਦੇ ਹੋ ਅਤੇ ਉਸਨੂੰ ਫਾਈਨਲੀ ਮਾਰਕੀਟ ਦੇ ਵਿੱਚੋਂ ਦੀ ਬਾਏ ਵੀ ਕਰਦੇ ਹੋ। ਸੋ ਡਿਮਾਂਡ ਜਿਹੜੀ ਹੈ ਇਹਨਾਂ ਤਿੰਨਾਂ ਚੀਜ਼ਾਂ ਦਾ ਸੁਮੇਲ ਹੈ ਜੋ ਕਿ ਡਿਜ਼ਾਇਰ ਅਤੇ ਵਾਂਟ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ। ਨੈਕਸਟ ਹੈ ਹੁਣ ਜੇ ਅਸੀਂ ਇਕਨੋਮਿਕ ਟਰਮੀਨੋਲੋਜੀ ਦੇ ਵਿੱਚ ਇਸ ਨੂੰ ਕਰੀਏ ਡਿਮਾਂਡ ਕੀ ਹੁੰਦੀ ਹੈ ਤਾਂ ਡਿਮਾਂਡ ਰੈਫਰਸ ਟੂ ਦ ਕੁਆਂਟਿਟੀ ਆਫ ਅ ਕਮੋਡਿਟੀ, ਕਿਸੇ ਵਸਤੂ ਦੀ ਉਹ ਮਾਤਰਾ ਦੈਟ ਦ ਕੰਜ਼ਿਊਮਰਸ ਆਰ ਏਬਲ, ਖਰੀਦਣ ਦੇ ਯੋਗ ਨੇ, ਮਤਲਬ ਕਿ ਪੈਸਾ ਹੈ ਤੁਹਾਡੇ ਤੋਂ, ਐਂਡ ਵਿਲਿੰਗ ਟੂ ਬਾਏ, ਖਰੀਦਣ ਦੀ ਸ਼ਕਤੀ ਵੀ ਹੈ। ਯੂ ਆਲਸੋ ਵਾਂਟ ਟੂ ਪਰਚੇਜ਼ ਕਿਸ ਚੀਜ਼ ਦੇ ਉੱਤੇ? ਐਟ ਈਚ ਪੋਸੀਬਲ ਪ੍ਰਾਈਸ, ਜੋ ਵੀ ਉਸਦੀ ਕੀਮਤ ਹੈ 3 ਰੁਪਏ 2 ਰੁਪਏ 5 ਰੁਪਏ 50 ਰੁਪਏ 1.5 ਲੱਖ ਵਾਟ ਐਵਰ ਦਾ ਪ੍ਰਾਈਸ, ਉਸ ਦੇ ਉੱਤੇ ਤੁਸੀਂ ਉਸਨੂੰ ਖਰੀਦਣ ਦੀ ਇੱਛਾ ਵੀ ਰੱਖਦੇ ਹੋ, ਨੂੰ ਖਰੀਦਣ ਦੇ ਯੋਗ ਵੀ ਹੋ ਅਤੇ ਉਸਨੂੰ ਈਚ ਪੋਸੀਬਲ ਪ੍ਰਾਈਸ ਡਿਊਰਿੰਗ ਅ ਗਿਵਨ ਪੀਰੀਅਡ ਆਫ ਟਾਈਮ ਅਤੇ ਉਸ ਦੀ ਡਿਮਾਂਡ ਵੀ ਕਰਦੇ ਹੋ। ਅਦਰ ਥਿੰਗਸ ਆਰ ਸੇਮ, ਅਦਰ ਥਿੰਗਸ ਬੀਇੰਗ ਇਕੁਅਲ। ਇਹਨੂੰ ਸੈਟਰਿਸ ਪੈਰੀਬਸ ਵੀ ਬੋਲਦੇ ਨੇ ਇਕਨੋਮਿਕਸ ਦੇ ਵਿੱਚ। ਸੈਟਰਿਸ ਪੈਰੀਬਸ ਜੇ ਕਿਤੇ ਟਰਮ ਯੂਜ਼ ਕੀਤੀ ਹੋਈ ਹੈ ਇਹਦਾ ਮਤਲਬ ਇਹ ਹੁੰਦਾ ਕਿ ਅਦਰ ਥਿੰਗਸ ਆਰ ਸੇਮ। ਸੋ ਅਦਰ ਥਿੰਗਸ ਕਿਹੜੀਆਂ ਹੁੰਦੀਆਂ ਨੇ? ਡਿਟਰਮੀਨੈਂਟਸ ਹੁੰਦੇ ਨੇ ਜਿਹੜੇ ਕਿ ਅਦਰ ਦੈਨ ਪ੍ਰਾਈਸ ਡਿਮਾਂਡ ਨੂੰ ਅਸਰ ਪਾ ਸਕਦੇ ਨੇ। ਜਦੋਂ ਅਸੀਂ ਕੋਈ ਵੀ ਇਕਨੋਮਿਕ ਵੇਰੀਏਬਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਨਸੈਪਟ ਨੂੰ ਇਕਨੋਮਿਕਸ ਦੇ ਵਿੱਚ ਤਾਂ ਅਸੀਂ ਇਹ ਅਜ਼ੰਪਸ਼ਨ ਨੂੰ ਲੈ ਕੇ ਚੱਲਦੇ ਹਾਂ ਕਿ ਅਦਰ ਥਿੰਗਸ ਆਰ ਸੇਮ, ਮਤਲਬ ਕਿ ਕਿਸੇ ਵੀ ਇੱਕ ਫਿਨੋਮੀਨੇ ਨੂੰ ਇੱਕ ਚੀਜ਼ ਹੀ ਇੰਪੈਕਟ ਨਹੀਂ ਕਰਦੀ। ਜੇ ਅਸੀਂ ਡਿਮਾਂਡ ਦੀ ਗੱਲ ਕਰੀਏ, ਡਿਮਾਂਡ ਦੇ ਉੱਤੇ ਬਹੁਤ ਵੇਰੀਏਬਲਸ ਅਸਰ ਕਰਦੇ ਨੇ, ਜਿਵੇਂ ਪੋਪੂਲੇਸ਼ਨ ਅਸਰ ਕਰਦੀ ਹੈ, ਫੈਸ਼ਨ, ਇਨਕਮ ਅਸਰ ਕਰਦੀ ਹੈ, ਬੜੇ ਹੀ ਵੇਰੀਏਬਲਸ ਨੇ ਬਟ ਅਸੀਂ ਫਿਲਹਾਲ ਦੀ ਘੜੀ ਜਦੋਂ ਅਸੀਂ ਡਿਮਾਂਡ ਨੂੰ ਐਨਾਲਾਈਜ਼ ਕਰ ਰਹੇ ਹਾਂ ਤਾਂ ਅਸੀਂ ਇਸਦਾ ਸਿਰਫ ਰਿਲੇਸ਼ਨਸ਼ਿਪ ਇਸਦੇ ਪ੍ਰਾਈਸ ਦੇ ਨਾਲ ਹੀ ਕਰ ਰਹੇ ਹਾਂ ਜੋ ਕਿ ਸਭ ਤੋਂ ਪਹਿਲਾਂ ਸਟਰੋਂਗ ਰਿਲੇਸ਼ਨਸ਼ਿਪ ਬਣਦਾ ਹੈ। ਸੋ ਦਿਸ ਇਜ਼ ਅਬਾਊਟ ਦ ਮੀਨਿੰਗ ਆਫ ਡਿਮਾਂਡ। ਨੈਕਸਟ ਹੈ the types of demand. There are three basic types of demand. One is the price demand, second is the income demand and third is the cross demand.
ਜੇ किसी ने भी ये सेम बुक परचेज करनी है तो दिस इज़ वेरी सिंपल बुक, बिगनर्स के लिए बहुत अच्छी बुक है। TR जैन VK पब्लिकेशनस की माइक्रो इकनॉमिक्स की या प्रिंसीपल ऑफ इकनॉमिक्स की किताब तुसी परचेज कर सकते हो। सिलेबस में जरूर देख लिता जाए क्योंकि प्रिंसीपल इकनॉमिक्स के विच जेडे ने माइक्रो तो मैक्रो दोनों ही टर्म्स यूज़ कीतियां जांदियां ने। सो प्राइस डिमांड के बारे आपां गल कर रहे हैं। प्राइस डिमांड की है? प्राइस डिमांड दो चीज़ों का सुमेल है, दो चीज़ों का जोड़ है। वन इज़ द प्राइस ऑफ द कमोडिटी, अदर इज़ द डिमांड ऑफ द कमोडिटी। मतलब कि DX, एक्स का मतलब है इतने कोई भी एक्स वस्तु, कोई भी एक्स गुड है। DX डिमांड ऑफ एक्स कमोडिटी इज़ द फंक्शन ऑफ किस चीज़ से निर्भर करती है? प्राइस ऑफ एक्स कमोडिटी। सो इत्थे डिपेंडेंट वेरीएबल आता है, इत्थे इंडिपेंडेंट वेरीएबल आता है। डिमांड किस ते डिपेंड करती है? प्राइस, उसी वस्तु की कीमत है। फॉर एग्जाम्पल इफ आई एम टॉकिंग अबाउट दिस पेंसिल, ये पेंसिल मैं मार्केट के मान लो 2 रुपए की परचेज की, तो इसकी डिमांड किस ते सब तो पहले निर्भर करती है? इसकी प्राइस ते। सो प्राइस डिमांड इज़ द रिलेशनशिप बिटवीन प्राइस ऑफ कमोडिटी एंड डिमांड ऑफ इट। की हुंदा है जदों तुसी कोई मार्केट च प्रोडक्ट खरीदण चाहते हो, तुसी हमेशा उसका प्राइस देखते हो किस प्राइस के उत्ते मिल रही है। 2 रुपए की मिल रही है, 5 रुपए की मिल रही है, 10 रुपए की मिल रही है, तो उसी अकॉर्डिंगली तुसी उसकी डिमांड करते हो। फॉर एग्जाम्पल इफ आई एम टॉकिंग अबाउट दिस पेंसिल, जे ये पेंसिल 1 रुपए की है तो मे बी मैं इसदियाँ 10 यूनिट्स खरीद ला। जे ये पेंसिल 2 रुपए की है तो मे बी मैं इसदियाँ 5 यूनिट्स खरीद ला। जे ये पेंसिल 5 रुपए की है, हो सकता कि मेरी मजबूरी है तो मैं एक ही पेंसिल नूं परचेज करा। सो प्राइस ते डिमांड का जिहड़ा है रिलेशनशिप प्राइस डिमांड तो पता चलता है। तो लॉ ऑफ डिमांड भी इसी चीज़ के उत्ते बेस्ड है कि नॉर्मल गुड्स के केस दे विच किसी भी वस्तु ते उसकी कीमत का रिलेशनशिप नैगेटिव हुंदा है। नैगेटिव का मतलब है कि जे उस वस्तु की कीमत वध जाएगी, प्राइस इनक्रीज़ हो जाएगा, तो हमेशा उसकी डिमांड डिक्रीज़ हो जाएगी। असी घट कीमत के उत्ते उस वस्तु की ज़्यादा यूनिट्स लवांगे तो वध कीमत के उत्ते उस वस्तु दीयां घट यूनिट्स खरीदांगे। सो दिस इज़ द प्राइस डिमांड। ये नॉर्मल गुड्स के केस है, इस एक्सैप्शनल्स भी होंदियां ने कि कई गुड्स इहो जिहियां भी होंदियां ने जिन्हां दे प्राइस के उत्ते असीं उन्हां नूं ज़्यादा डिमांड करते हैं, जिवें कि डायमंड्स हो गए, क्यों वो एक्सैप्शनल्स ने, वो लॉ ऑफ डिमांड या प्राइस दे विच नहीं आउंदियां, पर हाँ वो प्राइस डिमांड का रिलेशनशिप जरूर बनाउंदियां ने। इनकम डिमांड नैक्सट है इनकम डिमांड। इनकम डिमांड इज़ द रिलेशनशिप बिटवीन इनकम ऑफ द कंज्यूमर। हुण इनकम गुड की तो हो नहीं सकती, कंज्यूमर की इनकम होएगी। सो इनकम डिमांड इज़ द रिलेशनशिप बिटवीन द इनकम ऑफ द कंज्यूमर एंड डिमांड ऑफ द कमोडिटी। कोई वस्तु नूं खरीदण वेले जदों तुसीं अपनी इनकम देखते हो, अपनी पॉकेट देखते हो, उस पॉकेट के अकॉर्डिंगली तुसीं उस वस्तु की डिमांड करते हो तो उसनूं आपां इनकम डिमांड बोलते हैं। जिवें कि डिमांड ऑफ एक्स कमोडिटी, किसी एक्स वस्तु की डिमांड जिहड़ी है फंक्शन है वाई दे उत्ते, दैट इज़ कि कंज्यूमर दी इनकम दे उत्ते। वाई इकनॉमिक टर्मिनोलॉजी दे विच वाई जिहड़ी है सिंबॉलिकली इनकम नूं प्रेजेंट करदा है। इफ यू वांट टू मैंशन वाई दे नीचे तुसीं सी भी पा सकते हो, दैट इज़ इनकम ऑफ कंज्यूमर। सो ये जिहड़ा है ज़्यादातर गुड्स के केस विच, नॉर्मल गुड्स के केस विच ये रिलेशनशिप पॉजिटिव पाया जाता है। पॉजिटिव रिलेशनशिप की हुंदा है? दैट मीनस कि इत्थे पॉजिटिव नैगेटिव रिलेशनशिप मैं तुहानूं एक बार दस देनी आ। नैगेटिव रिलेशनशिप हुंदे ने दो वेरीएबल्स से, जदों एक वध रहा होवे दूजा घट रहा होवे, एक घट रहा होवे दूजा वध रहा होवे। तो पॉजिटिव रिलेशनशिप होंगे जो दोनों ही सेम डायरैक्शन दे विच जा रहे होण। एक इनक्रीज़ हो रहा है दूजा भी इनक्रीज़ हो रहा है, एक डिक्रीज़ हो रहा है दूजा भी डिक्रीज़ हो रहा है। सो ये रिलेशनशिप प्राइस डिमांड का आपां नैगेटिव बोलिया सीगा कि ज़्यादातर केसिस दे विच नॉर्मल गुड्स के केस विच नैगेटिव हुंदा है, मतलब कि प्राइस दे वधन नाल डिमांड घटदी है। असी कभी भी डिपेंडेंट वेरीएबल नूं पहले नहीं काउंट करांगे, इस चीज़ नूं हमेशा याद रखियो। जे असी ये कहिए कि डिमांड दे घटन नाल प्राइस वधदा है तो ये रिलेशनशिप गलत हो जाएगा। हमेशा डिमांड दे वधन नाल प्राइस वधदा है, वो इस कॉन्सैप्ट का पार्ट नहीं है, वो आपां किसी होर लैक्चर दे विच गल करांगे उसकी। इसलिए ये जदों भी डिपेंडेंट वेरीएबल आपां खब्बे हत्थ लै रहे हैं, इहदे ते प्राइस का इंपैक्ट देखना। मतलब कि पहले तुसीं हमेशा ही एक्सप्लेन करोगे विद इनक्रीज़ इन प्राइस, जे तुसीं लिख देंदे हो विद इनक्रीज़ इन डिमांड तो वो गलत हो जाएगा। तुसीं हमेशा इसको इस चीज़ नाल ही मैंशन करना है, विद इनक्रीज़ इन द प्राइस ऑफ द कमोडिटी द डिमांड विल डिक्रीज़, एंड विद डिक्रीज़ इन द प्राइस ऑफ द कमोडिटी द डिमांड विल
ਇਨਕਰੀਜ਼। ਸੋ ਹਮੇਸ਼ਾ ਅਸੀਂ ਸੱਜੇ ਹੱਥ ਵਾਲੇ ਵੇਰੀਏਬਲ ਨੂੰ ਪਹਿਲੇ ਐਕਸਪਲੇਨ ਕਰਦੇ ਹਾਂ, ਉਹਦਾ ਇਫੈਕਟ ਜਿਹੜਾ ਹੈ ਖੱਬੇ ਹੱਥ ਵਾਲੇ ਵੇਰੀਏਬਲ ਦੇ ਉੱਤੇ ਦੇਖਦੇ ਹਾਂ। ਸੋ ਦਿਸ ਇਜ਼ ਡਿਪੈਂਡੈਂਟ ਵੇਰੀਏਬਲ, ਦਿਸ ਇਜ਼ ਇੰਡੀਪੈਂਡੈਂਟ ਵੇਰੀਏਬਲ। ਸੋ ਇਸ ਚੀਜ਼ ਨੂੰ ਧਿਆਨ ਰੱਖਿਆ ਜਾਏ ਹਮੇਸ਼ਾ। ਇੱਥੇ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਆਪਾਂ ਇੰਡੀਪੈਂਡੈਂਟ ਵੇਰੀਏਬਲ ਮਤਲਬ ਇਨਕਮ ਹੈ। ਇੱਥੇ ਇਨਕਮ ਡਿਮਾਂਡ ਵਿੱਚ ਇਨਕਮ ਦੇ ਵਧਣ ਦੇ ਨਾਲ ਨੋਰਮਲ ਗੁੱਡਸ ਦੇ ਕੇਸ ਦੇ ਵਿੱਚ ਡਿਮਾਂਡ ਵੱਧ ਜਾਂਦੀ ਹੈ। ਮਤਲਬ ਕਿ ਜੇਕਰ ਤੁਹਾਡੀ ਆਮਦਨ 1000 ਰੁਪਇਆ ਤੁਸੀਂ ਉਸ ਅਕੋਰਡਿੰਗਲੀ ਖਰੀਦੋਗੇ, ਜੇ ਓਬਵੀਅਸਲੀ ਤੁਹਾਡੀ ਆਮਦਨ ਜਿਹੜੀ ਹੈ ਮਹੀਨੇ ਦੀ 2000 ਰੁਪਇਆ ਹੋਊਗੀ ਤਾਂ ਤੁਸੀਂ ਡਿਮਾਂਡ ਵੀ ਵਧਾ ਦੋਗੇ। ਜੇ ਆਮਦਨ ਹੋਰ ਵੱਧ ਗਈ ਤੁਹਾਡੀ ਡਿਮਾਂਡ ਹੋਰ ਵੱਧ ਜਾਏਗੀ, ਆਮਦਨ ਹੋਰ ਵੱਧ ਗਈ ਡਿਮਾਂਡ ਹੋਰ ਵੱਧ ਜਾਏਗੀ। ਜੇ ਕਿਸੇ ਕਾਰਨ ਤੁਹਾਡੀ ਇਨਕਮ ਘੱਟ ਜਾਂਦੀ ਹੈ ਤਾਂ ਓਬਵੀਅਸਲੀ ਤੁਸੀਂ ਗੁੱਡਸ ਦੀ ਡਿਮਾਂਡ ਵੀ ਡਿਕਰੀਜ਼ ਕਰ ਦੋਗੇ। ਕੁਝ ਗੁੱਡਸ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਨੂੰ ਇਨਫੀਰੀਅਰ ਗੁੱਡਸ ਜਾਂ ਗਿਫਨ ਗੁੱਡਸ ਬੋਲ ਦਿੰਦੇ ਹਾਂ ਆਪਾਂ, ਜਿਨ੍ਹਾਂ ਨੂੰ ਆਪਾਂ ਪੰਜਾਬੀ ਵਿੱਚ ਬੋਲ ਦਿੰਦੇ ਹਾਂ ਘਟੀਆ ਪਦਾਰਥ, ਇਨਫੀਰੀਅਰ ਗੁੱਡਸ। ਘਟੀਆ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਬਿਲਕੁਲ ਹੀ ਘਟੀਆ, ਮਤਲਬ ਕਿ ਸੁਪੀਰੀਅਰ ਦੇ ਮੁਕਾਬਲੇ ਥੋੜ੍ਹੇ ਘਟੀਆ, ਜਿਵੇਂ ਕਿ ਦੇਸੀ ਘਿਓ ਦੇ ਮੁਕਾਬਲੇ ਵਿੱਚ ਤੁਸੀਂ ਡਾਲਡਾ ਲੈ ਸਕਦੇ ਹੋ, ਰਾਈਟ। ਸੋ ਉਹਨਾਂ ਦੇ ਕੇਸ ਦੇ ਵਿੱਚ ਇਨਕਮ ਡਿਮਾਂਡ ਰਿਲੇਸ਼ਨਸ਼ਿਪ ਇਹ ਚੀਜ਼ ਨਹੀਂ ਹੁੰਦੀ। ਉਹਨਾਂ ਦੇ ਕੇਸ ਵਿੱਚ ਇਹ ਹੁੰਦਾ ਓਬਵੀਅਸਲੀ ਜੇ ਤੁਹਾਡੀ ਇਨਕਮ ਵੱਧ ਜਾਏਗੀ ਤਾਂ ਤੁਸੀਂ ਘਟੀਆ ਪਦਾਰਥ ਦੀ ਜਗ੍ਹਾ 'ਤੇ ਵਧੀਆ ਪਦਾਰਥ ਨੂੰ, ਵਧੀਆ ਗੁੱਡ ਨੂੰ ਪਰਚੇਜ਼ ਕਰਨਾ ਪਸੰਦ ਕਰੋਗੇ। ਸੋ ਉਸ ਦੇ ਕੇਸ ਦੇ ਵਿੱਚ ਇਹ ਰਿਲੇਸ਼ਨਸ਼ਿਪ ਇਸ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ। ਇਨਕਮ ਦੇ ਵਧਣ ਦੇ ਨਾਲ ਕੰਜ਼ਿਊਮਰ ਗੁੱਡਸ ਦੀ ਡਿਮਾਂਡ ਘੱਟ ਕਰਦਾ ਹੈ ਗਿਫਨ ਗੁੱਡਸ ਦੇ ਕੇਸ ਵਿੱਚ। ਸੋ ਉਹ ਗੁੱਡਸ ਦੇ ਕੇਸ ਵਿੱਚ ਰਿਲੇਸ਼ਨਸ਼ਿਪ ਨੈਗੇਟਿਵ ਹੋ ਜਾਂਦਾ। ਸੋ ਅੱਗੇ ਇਹਨਾਂ ਨੂੰ ਆਪਾਂ ਬਹੁਤ ਡਿਟੇਲ ਵਿੱਚ ਗੁੱਡਸ ਦੇ ਟਾਈਪਸ ਆਫ ਗੁੱਡਸ ਦੇ ਵਿੱਚ ਵੀ ਕਰਾਂਗੇ। ਨੈਕਸਟ ਹੈ ਕ੍ਰੋਸ ਡਿਮਾਂਡ। ਕ੍ਰੋਸ ਡਿਮਾਂਡ ਨੂੰ ਪੰਜਾਬੀ 'ਚ ਬੋਲਦੇ ਨੇ ਆੜੀ ਮੰਗ। ਆੜੀ ਮੰਗ, ਕ੍ਰੋਸ ਡਿਮਾਂਡ ਮਤਲਬ ਕਿ ਅਸੀਂ ਇਹਦੇ ਵਿੱਚ ਕੀ ਕਰਦੇ ਹਾਂ, ਇੱਕ ਗੁੱਡ ਦੀ ਪ੍ਰਾਈਸ ਹੁੰਦੀ ਹੈ, ਦੂਜੇ ਗੁੱਡ ਦੀ ਡਿਮਾਂਡ ਹੈ, ਰਿਲੇਟਿਡ ਗੁੱਡਸ ਹੁੰਦੀਆਂ ਨੇ। ਹੁਣ ਇਹ ਕਿਸ ਤਰੀਕੇ ਨਾਲ ਆਪਾਂ ਇਸ ਨੂੰ ਐਕਸਪਲੇਨ ਕਰ ਸਕਦੇ ਹਾਂ। ਡਿਮਾਂਡ ਆਫ ਐਕਸ ਕਮੋਡਿਟੀ ਇਜ਼ ਦੀ ਫੰਕਸ਼ਨ ਆਫ ਪ੍ਰਾਈਸ ਆਫ ਵਾਈ ਕਮੋਡਿਟੀ। ਕਿਸੇ ਗੁੱਡ ਐਕਸ ਦੀ ਮੰਗ ਕਿਸੇ ਹੋਰ ਗੁੱਡ ਵਾਈ ਦੀ ਪ੍ਰਾਈਸ 'ਤੇ ਡਿਪੈਂਡ ਕਰਦੀ ਹੈ। ਸੋ ਇਹ ਬੜਾ ਇੰਟਰਸਟਿੰਗ ਹੈ। ਇਹ ਰਿਲੇਟਿਡ ਗੁੱਡਸ ਕੀ ਹੁੰਦੀਆਂ ਨੇ, ਇਹ ਸ਼ਾਰਟ ਕੁਐਸਚਨ 'ਚ ਆ ਜਾਂਦਾ ਹੈ। ਇਹ ਦੋ ਤਰ੍ਹਾਂ ਦੀਆਂ ਨੇ, ਵਨ ਇਜ਼ ਦ ਕੰਪਲੀਮੈਂਟਰੀ ਗੁੱਡ ਐਂਡ ਅਦਰ ਇਜ਼ ਦ ਸਬਸਟੀਟਿਊਟ ਗੁੱਡਸ। ਇਹ ਕੁਐਸਚਨ ਆ ਜਾਂਦੇ ਨੇ ਪੇਪਰ 'ਚ, ਕਈ ਵਾਰ ਇਹ ਵੀ ਆ ਸਕਦਾ ਹੈ ਸਬਸਟੀਟਿਊਟ ਗੁੱਡਸ ਕੀ ਨੇ, ਸ਼ਾਰਟ ਕੁਐਸਚਨ 2 ਨੰਬਰ ਦੇ, ਜਾਂ ਕੰਪਲੀਮੈਂਟਰੀ ਗੁੱਡਸ ਕੀ ਨੇ, ਜਾਂ ਡਿਫਰੈਂਸ ਬਿਟਵੀਨ ਸਬਸਟੀਟਿਊਟ ਗੁੱਡਸ ਐਂਡ ਕੰਪਲੀਮੈਂਟਰੀ ਗੁੱਡਸ। ਇਹ ਦੋਨੋਂ ਹੀ ਰਿਲੇਟਿਡ ਗੁੱਡਸ ਨੇ। ਰਿਲੇਟਿਡ ਗੁੱਡਸ ਕੀ ਨੇ, ਦੋ ਵਸਤੂਆਂ ਜਿਹੜੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਕਿ ਜਿਵੇਂ ਟੀ ਐਂਡ ਕੌਫੀ, ਰਾਈਟ। ਹੋਰ ਤੁਸੀਂ ਲੈ ਸਕਦੇ ਹੋ ਪੈਪਸੀ ਐਂਡ ਕੋਕ, ਇਹ ਸਬਸਟੀਟਿਊਟ ਗੁੱਡਸ ਨੇ, ਠੀਕ ਹੈ। ਜੇ ਚਾਹ ਮਹਿੰਗੀ ਹੋ ਜੇ ਤਾਂ ਚਾਹ ਦੀ ਜਗ੍ਹਾ ਦੇ ਉੱਤੇ ਤੁਹਾਡੇ ਤੋਂ ਦੂਜਾ ਆਪਸ਼ਨ ਕਿਹੜਾ ਰਹਿ ਜਾਂਦਾ ਹੈ, ਕੌਫੀ। ਸੋ ਜਦੋਂ ਵੀ ਪ੍ਰਾਈਸ ਆਫ ਟੀ ਵੱਧ ਗਿਆ ਤਾਂ ਓਬਵੀਅਸਲੀ ਟੀ ਦੀ ਡਿਮਾਂਡ ਘਟੇਗੀ ਤੇ ਕਿਹਦੀ ਡਿਮਾਂਡ ਵੱਧ ਜਾਏਗੀ, ਕੌਫੀ ਦੀ। ਸੋ ਸਬਸਟੀਟਿਊਟ ਗੁੱਡਸ ਦੇ ਕੇਸ ਵਿੱਚ ਕ੍ਰੋਸ ਡਿਮਾਂਡ ਜਿਹੜੀ ਹੈ ਉਹ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ। ਮਤਲਬ ਕਿ ਇੱਥੇ ਆਪਾਂ ਲੈ ਰਹੇ ਹਾਂ ਪ੍ਰਾਈਸ ਆਫ ਟੀ ਇਨਕਰੀਜ਼, ਡਿਮਾਂਡ ਆਫ ਕੌਫੀ ਵਿਲ ਇਨਕਰੀਜ਼। ਇੱਕ ਚੀਜ਼ ਦੀ ਵਸਤੂ ਉਹਦੀ ਪ੍ਰਾਈਸ ਦੇਖ ਰਹੇ ਹਾਂ, ਦੂਜੀ ਦੀ ਡਿਮਾਂਡ ਦੇਖ ਰਹੇ ਹਾਂ। ਦੋਨਾਂ ਦਾ ਸੇਮ ਵੇਰੀਏਬਲ ਨਹੀਂ ਦੇਖਣਾ ਕਿ ਪ੍ਰਾਈਸ ਆਫ ਟੀ ਵਧਣ ਦੇ ਨਾਲ ਪ੍ਰਾਈਸ ਆਫ ਕੌਫੀ ਜਾਂ ਪ੍ਰਾਈਸ ਆਫ ਟੀ ਡਿਮਾਂਡ ਆਫ ਟੀ ਦੇ ਨਾਲ ਸੇਮ ਗੁੱਡ ਦਾ ਨਹੀਂ ਦੇਖਣਾ। ਅਸੀਂ ਗੁੱਡ ਚੇਂਜ ਕਰਦੇ ਹਾਂ। ਇੱਥੇ ਪ੍ਰਾਈਸ ਇੱਕ ਦਾ ਲੈ ਰਹੇ ਹਾਂ, ਡਿਮਾਂਡ ਦੂਜੇ ਦੀ ਲੈ ਰਹੇ ਹਾਂ। ਇਸੇ ਤਰੀਕੇ ਨਾਲ ਜੇਕਰ ਆਪਾਂ ਦੇਖਦੇ ਹਾਂ ਕਿ ਰੀਅਲ ਫਰੂਟ ਜੂਸ ਦਾ ਪ੍ਰਾਈਸ ਇਨਕਰੀਜ਼ ਹੋ ਜਾਏ ਤਾਂ ਅਸੀਂ ਟ੍ਰੋਪਿਕਾਨਾ ਫਰੂਟ ਜੂਸ ਨੂੰ ਜ਼ਿਆਦਾ ਖਰੀਦਾਂਗੇ, ਉਸ ਦੀ ਡਿਮਾਂਡ ਵੱਧ ਜਾਏਗੀ। ਸੋ ਸਬਸਟੀਟਿਊਟ ਗੁੱਡਸ ਦੇ ਕੇਸ ਦੇ ਵਿੱਚ ਇਹ ਰਿਲੇਸ਼ਨਸ਼ਿਪ ਪੋਜ਼ਿਟਿਵ ਹੁੰਦਾ। ਸਬਸਟੀਟਿਊਟ ਗੁੱਡਸ ਉਹ ਹੁੰਦੀਆਂ ਨੇ ਜਿਹਨੂੰ ਅਸੀਂ ਇੱਕ ਦੀ ਥਾਂ 'ਤੇ ਦੂਸਰੀ ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਲਕਸ ਦਾ ਸਾਬਣ ਨਹੀਂ ਮਿਲਿਆ ਤਾਂ ਤੁਸੀਂ ਡਵ ਦਾ ਸਾਬਣ ਯੂਜ਼ ਕਰ ਲਿਆ, ਸਨਸਿਲਕ ਦਾ ਸ਼ੈਂਪੂ ਨਹੀਂ ਮਿਲਿਆ ਤਾਂ ਤੁਸੀਂ ਕਲੀਨਿਕ ਪਲੱਸ ਦਾ ਸ਼ੈਂਪੂ ਯੂਜ਼ ਕਰ ਲਿਆ। ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਸਪਰਾਈਟ ਨਹੀਂ ਮਿਲੀ ਤਾਂ ਤੁਸੀਂ ਲਿਮਕਾ ਯੂਜ਼ ਕਰ ਲਈ। ਤੁਹਾਨੂੰ ਪਾਊਡਰ ਨੀਵੀਆ ਦਾ ਪਾਊਡਰ ਨਹੀਂ ਮਿਲਿਆ ਤਾਂ ਤੁਸੀਂ ਪੌਂਡਸ ਦਾ ਪਾਊਡਰ ਯੂਜ਼ ਕਰ ਲਿਆ। ਇਸ ਤਰੀਕੇ ਦੇ ਨਾਲ ਜਿਹੜੀਆਂ ਸਬਸਟੀਟਿਊਟ ਗੁੱਡਸ ਹੁੰਦੀਆਂ ਨੇ ਇੱਕ ਦੀ ਥਾਂ ਅਸੀਂ ਦੂਸਰੀ ਨੂੰ ਪਰਚੇਜ਼ ਕਰ ਸਕਦੇ ਹਾਂ। ਜਿਵੇਂ ਕਿ ਫੋਰ ਐਗਜ਼ਾਮਪਲ ਜੇ ਮੈਂ ਇੱਥੇ ਟੀਚ ਕਰ ਰਹੀ ਹਾਂ, ਮੇਰੀ ਜਗ੍ਹਾ ਦੇ ਉੱਤੇ ਕੋਈ ਹੋਰ ਟੀਚਰ ਟੀਚ ਕਰਨ ਲੱਗ ਜਾਏ ਤਾਂ ਉਹ ਮੇਰਾ ਸਬਸਟੀਟਿਊਟ ਹੋਏਗਾ। ਕੰਪਲੀਮੈਂਟਰੀ ਗੁੱਡਸ ਹੁੰਦੀਆਂ ਨੇ ਅਟੈਚਡ ਗੁੱਡਸ, ਇੱਕ ਦੀ ਜਗ੍ਹਾ ਦੂਜੀ ਨੂੰ ਪਰਚੇਜ਼ ਨਹੀਂ ਕੀਤਾ ਜਾ ਸਕਦਾ, ਯੂਜ਼ ਨਹੀਂ ਕੀਤਾ ਜਾ ਸਕਦਾ। ਜੇ ਇੱਕ ਨੂੰ ਯੂਜ਼ ਕਰਨਾ ਹੈ ਤਾਂ ਦੂਸਰੀ ਦੀ ਹੈਲਪ ਦੀ ਲੋੜ ਪਏਗੀ। ਜਿਵੇਂ ਕਿ ਕਾਰ ਤੇ ਪੈਟਰੋਲ, ਕਾਰ ਦੇ ਵਿੱਚ ਪੈਟਰੋਲ ਪੈਂਦਾ ਹੈ, ਜੇਕਰ ਕਾਰ ਦਾ ਪ੍ਰਾਈਸ ਇਨਕਰੀਜ਼ ਹੋ ਜਾਏ ਕਾਰ ਦੀ ਡਿਮਾਂਡ ਘਟੇਗੀ।
ਸੋ ਕਾਰ ਦੇ ਪ੍ਰਾਈਸ ਇਨਕਰੀਜ਼ ਹੋਣ ਦੇ ਨਾਲ ਪੈਟਰੋਲ ਦੀ ਡਿਮਾਂਡ ਆਟੋਮੈਟਿਕਲੀ ਡਿਕਰੀਜ਼ ਹੋ ਜਾਏਗੀ, ਕਿਉਂਕਿ ਕਾਰ ਦੇ ਵਿੱਚ ਪੈਟਰੋਲ ਪੈਂਦਾ ਹੈ ਤਾਂ ਕਾਰ ਮਹਿੰਗੀ ਹੋ ਗਈ, ਲੋਕਾਂ ਨੇ ਕਾਰ ਖਰੀਦਣੀ ਬੰਦ ਕਰਤੀ ਜਾਂ ਘੱਟ ਕਰਤੀ, ਤਾਂ ਉਸ ਦੇ ਨਾਲ ਡਿਮਾਂਡ ਪੈਟਰੋਲ ਦੀ ਵੀ ਘੱਟ ਜਾਏਗੀ। ਸੋ complementary goods are those goods which we cannot use without each other. So in the case of the complementary goods, with the increase in the price of one commodity, the demand of other commodity will decrease. For example, if there is increase in the price of car, it will automatically decrease the demand of petrol. ਸੋ ਇਹ ਐਗਜ਼ਾਮਪਲ ਹੈ ਕੰਪਲੀਮੈਂਟਰੀ ਗੁੱਡਸ ਦੀ। ਸੋ ਇਹ ਰਿਲੇਸ਼ਨਸ਼ਿਪ ਨੂੰ ਰੱਟਾ ਮਾਰਨ ਦੀ ਜ਼ਰੂਰਤ ਨਹੀਂ ਹੈ ਕਿ ਸਬਸਟੀਟਿਊਟ ਗੁੱਡਸ ਦੇ ਵਿੱਚ ਪੋਜ਼ੀਟਿਵ ਹੁੰਦਾ ਹੈ, ਕੰਪਲੀਮੈਂਟਰੀ ਗੁੱਡਸ ਦੇ ਵਿੱਚ ਨੈਗੇਟਿਵ ਹੁੰਦਾ ਹੈ। ਯੂ ਮਸਟ ਹੈਵ ਟੂ ਰਿਮਾਈਂਡ ਦ ਐਗਜ਼ਾਮਪਲਸ ਆਪਣੇ ਮਾਈਂਡ ਵਿੱਚ ਰੱਖੋ ਕਿ ਸਬਸਟੀਟਿਊਟ ਗੁੱਡਸ ਦੀ ਐਗਜ਼ਾਮਪਲ ਕੀ ਹੈ ਅਤੇ ਕੰਪਲੀਮੈਂਟਰੀ ਗੁੱਡਸ ਦੀ ਐਗਜ਼ਾਮਪਲ ਕੀ ਹੈ, ਤਾਂ ਆਟੋਮੈਟਿਕਲੀ ਉਹ ਇੱਕ ਚੀਜ਼ ਬਣ ਜਾਏਗੀ, ਚੈਨਲ ਬਣ ਜਾਏਗਾ ਕਿ ਤੁਸੀਂ ਉਸਨੂੰ ਕਿਸ ਤਰੀਕੇ ਦੇ ਨਾਲ ਐਕਸਪਲੇਨ ਕਰਨਾ ਹੈ। ਅਤੇ ਕਈ ਵਾਰ ਬੱਚੇ ਇਹ ਵੀ ਇਸ ਚੀਜ਼ ਨੂੰ ਲੈ ਕੇ ਕਾਫੀ ਕਨਫਿਊਜ਼ ਵੀ ਹੋ ਜਾਂਦੇ ਨੇ, ਰਿਲੇਸ਼ਨਸ਼ਿਪ ਗਲਤ ਲਿਖਣ ਲੱਗ ਜਾਂਦੇ ਨੇ। ਇੱਕ ਪ੍ਰੋਬਲਮ ਇਹ ਵੀ ਕਰਦੇ ਨੇ ਸਟੂਡੈਂਟਸ ਐਗਜ਼ਾਮ ਦੇ ਵਿੱਚ, ਜਿਹਦੇ ਕਾਰਨ ਉਹਨਾਂ ਦੇ ਨੰਬਰ ਘੱਟ ਆਉਂਦੇ ਨੇ। ਜਿਵੇਂ ਫੋਰ ਐਗਜ਼ਾਮਪਲ ਤੁਹਾਨੂੰ ਕੰਪਲੀਮੈਂਟਰੀ ਗੁੱਡਸ ਦੇ ਉੱਤੇ ਕੁਐਸਚਨ ਆ ਗਿਆ, ਤਾਂ ਤੁਸੀਂ ਸਿੱਧਾ ਕਈ ਵਾਰ ਲਿਖਦੇ ਹੋ ਕੰਪਲੀਮੈਂਟਰੀ ਗੁੱਡਸ ਆਰ ਕਾਰ ਐਂਡ ਪੈਟਰੋਲ, ਇਸ ਤਰੀਕੇ ਨਾਲ ਲਿਖ ਦਿੰਦੇ ਹੋ। ਉਹ ਵੀ ਆਨਸਰ ਗਲਤ ਹੁੰਦਾ ਹੈ, ਕਿਉਂਕਿ ਕਿਸੇ ਵੀ ਕਨਸੈਪਟ ਦਾ ਆਨਸਰ ਲਿਖਣ ਦੇ ਲਈ ਉਹਨਾਂ ਨੇ ਤੁਹਾਨੂੰ ਐਗਜ਼ਾਮਪਲਸ ਨਹੀਂ ਮੰਗੀਆਂ। ਐਗਜ਼ਾਮਪਲਸ ਹਮੇਸ਼ਾ ਕਨਸੈਪਟ ਕਲੈਰਿਟੀ ਦੇ ਲਈ ਹੁੰਦੀਆਂ ਨੇ। ਤੁਸੀਂ ਸਭ ਤੋਂ ਪਹਿਲੇ ਉਸ ਕਨਸੈਪਟ ਨੂੰ ਲਿਖਦੇ ਹੋ ਇੱਕ ਅੱਧੀ ਲਾਈਨ ਦੇ ਵਿੱਚ, ਉਸ ਤੋਂ ਬਾਅਦ ਐਗਜ਼ਾਮਪਲ ਲਿਖਦੇ ਹੋ। ਹੋਰ ਜੇਕਰ ਇਸ ਤੋਂ ਇਲਾਵਾ ਕਾਰ ਅਤੇ ਪੈਟਰੋਲ ਤੋਂ ਇਲਾਵਾ ਆਪਾਂ ਕੰਪਲੀਮੈਂਟਰੀ ਗੁੱਡ ਦੀ ਐਗਜ਼ਾਮਪਲ ਦੇਖਣੀ ਹੋਵੇ ਤਾਂ ਤੁਸੀਂ ਇੱਥੇ ਯੂਜ਼ ਕਰ ਸਕਦੇ ਹੋ ਪੈਨ ਐਂਡ ਇੰਕ ਪੈਨ ਵਿੱਚ ਪੈਂਦੀ ਹੈ, ਰਾਈਟ। ਸੋ ਇਸੀ ਤਰੀਕੇ ਦੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਮੋਬਾਈਲ ਐਂਡ ਬੈਟਰੀ, ਮੋਬਾਈਲ ਐਂਡ ਚਾਰਜਰ, ਲੈਪਟਾਪ ਐਂਡ ਚਾਰਜਰ, ਦੈਨ ਯੂ ਕੈਨ ਯੂਜ਼ ਮੋਬਾਈਲ ਐਂਡ ਸਿਮ ਕਾਰਡ ਅਤੇ ਮੋਬਾਈਲ। ਇਹ ਵੀ ਐਗਜ਼ਾਮਪਲ ਤੁਸੀਂ ਕੰਪਲੀਮੈਂਟਰੀ ਗੁੱਡਸ ਦੇ ਵਿੱਚ ਲੈ ਸਕਦੇ ਹੋ। ਹੋਰ ਐਗਜ਼ਾਮਪਲ ਇਹਦੇ ਵਿੱਚ ਆਪਾਂ ਲੈ ਸਕਦੇ ਹਾਂ, ਜਿਵੇਂ ਕਿ ਦੈਟ ਸਟੈਂਪ ਐਂਡ ਸਟੈਂਪ ਪੈਡ, ਚੌਕ ਐਂਡ ਬਲੈਕਬੋਰਡ, ਚੌਕ ਐਂਡ ਡਸਟਰ ਦੀ ਡਿਮਾਂਡ ਤਦ ਹੀ ਹੁੰਦੀ ਹੈ ਜਦੋਂ ਵੀ ਆਪਾਂ ਮਾਰਕਰ ਬੋਰਡ ਜਾਂ ਚੌਕ ਯੂਜ਼ ਕਰਦੇ ਹਾਂ। ਸੋ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਕੋਈ ਵੀ ਗੁੱਡਸ ਜਿਹੜੀਆਂ ਕੋਰੀਲੇਟਿਡ ਹੁੰਦੀਆਂ ਨੇ, ਤੁਸੀਂ ਆਪਣੇ ਮਾਈਂਡ ਨੂੰ ਵੀ ਯੂਜ਼ ਕਰਕੇ ਲੈਕਚਰ ਸੁਣਨ ਤੋਂ ਬਾਅਦ ਸੋਚ ਸਕਦੇ ਹੋ ਕਿ ਹੋਰ ਕਿਹੜੀਆਂ ਹੋ ਸਕਦੀਆਂ। ਜਿਵੇਂ ਮੁੰਡੇ ਪੱਗ ਬੰਨਦੇ ਨੇ, ਪੱਗ ਦੇ ਨੀਚੇ 50 ਆਪਾਂ ਬੰਨਦੇ ਹਾਂ, ਹੈ ਨਾ, ਤਾਂ ਉਹ ਕੰਪਲੀਮੈਂਟਰੀ ਗੁੱਡ ਦੀ ਐਗਜ਼ਾਮਪਲ ਹੈ ਇੱਕ। ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਵੀ ਐਗਜ਼ਾਮਪਲਸ ਨੂੰ ਬਣਾ ਸਕਦੇ ਹੋ। So this is about the types of demand. Now next is the law of demand. This is very important. ਇਸ ਨੂੰ ਆਪਾਂ ਥੋੜਾ ਜਿਹਾ ਟੱਚ ਹੀ ਕਰਾਂਗੇ, ਅਗਲੇ ਲੈਕਚਰ ਦੇ ਵਿੱਚ ਇਸ ਨੂੰ ਆਪਾਂ ਜ਼ਿਆਦਾ ਕਰਾਂਗੇ ਡਿਟੇਲ ਦੇ ਵਿੱਚ। ਤੇ ਲਾ ਆਫ ਡਿਮਾਂਡ ਹੁੰਦਾ ਹੈ ਜਦੋਂ ਹੋਰ ਵੇਰੀਏਬਲਸ, ਜਿਹੜੇ ਵੀ ਵੇਰੀਏਬਲਸ ਕਿਸੇ ਵੀ ਗੁੱਡ ਨੂੰ ਡਿਮਾਂਡ ਨੂੰ ਇੰਪੈਕਟ ਕਰਦੇ ਹੋਣ, ਉਹਨਾਂ ਨੂੰ ਕੌਨਸਟੈਂਟ ਮੰਨ ਲਿਆ ਜਾਏ, ਸੈਟਰਿਸ ਪੈਰੀਬਸ ਮੰਨ ਲਿਆ ਜਾਏ, ਅਤੇ ਇਹ ਦੇਖਿਆ ਜਾਏ ਕਿ ਕਿਸੇ ਵੀ ਗੁੱਡ 'ਤੇ ਪ੍ਰਾਈਸ ਅਤੇ ਡਿਮਾਂਡ ਵਿੱਚ ਕੀ ਰਿਲੇਸ਼ਨਸ਼ਿਪ ਹੈ। ਤਾਂ ਇਹ ਰਿਲੇਸ਼ਨਸ਼ਿਪ ਲਾ ਆਫ ਡਿਮਾਂਡ ਕਹਿੰਦਾ ਹੈ ਕਿ ਨੈਗੇਟਿਵ ਰਿਲੇਸ਼ਨਸ਼ਿਪ ਪਾਇਆ ਜਾਂਦਾ ਹੈ। ਇਹੀ ਲਾ ਆਫ ਡਿਮਾਂਡ ਹੈ। ਦ ਲਾ ਆਫ ਡਿਮਾਂਡ ਸਟੇਟਸ ਦੈਟ ਅਦਰ ਥਿੰਗਸ ਬੀਂਗ ਇਕੁਅਲ, ਕਿਹੜੀਆਂ ਨੇ ਅਦਰ ਥਿੰਗਸ, ਇਹ ਲਿਖੀਆਂ ਹੋਈਆਂ ਨੇ, ਆਪਾਂ ਡਿਟੇਲ 'ਚ ਕਰਾਂਗੇ। ਦ ਡਿਮਾਂਡ ਫॉर ਗੁੱਡ ਐਕਸਟੈਂਡਸ ਵਿਦ ਦ ਫਾਲ ਇਨ ਇਟਸ ਪ੍ਰਾਈਸ and contracts with the rise in its own price. In other words, ਇਹ ਲਿਖ ਸਕਦੇ ਹੋ ਤੁਸੀਂ ਸਟਾਰਟਿੰਗ ਦੇ ਵਿੱਚ, ਜੇ ਸਿੰਪਲਿਸਿਟੀ ਚਾਹੀਦੀ ਆ ਆਪ ਤੁਹਾਨੂੰ। the law of demand states that there is an inverse ਮਤਲਬ ਹੁੰਦਾ ਹੈ ਨੈਗੇਟਿਵ, inverse relationship between the price of the commodity and its demand ਜਾਂ quantity demanded. So law of demand states that other things are same. With increase in the price of the commodity, there will be decrease in its demand. With the decrease in the price of the commodity, there will be increase in its demand. Now what are these other things? Other things are ਜਿਵੇਂ ਕਿ dx is equal to function of ਡਿਮਾਂਡ ਆਫ ਐਕਸ ਕਮੋਡਿਟੀ ਦੀ ਫੰਕਸ਼ਨ ਆਫ, ਸਭ ਤੋਂ ਪਹਿਲੇ ਇਸਦੇ ਆਪਣੇ ਪ੍ਰਾਈਸ ਦਾ ਫੰਕਸ਼ਨ ਹੈ। ਦੂਜਾ ਪ੍ਰਾਈਸ ਆਫ ਰਿਲੇਟਿਡ ਗੁੱਡਸ, ਜੇ ਸਬਸਟੀਟਿਊਟ ਗੁੱਡ ਹੋ ਸਕਦੀ ਹੈ, ਕੰਪਲੀਮੈਂਟਰੀ ਗੁੱਡ ਹੋ ਸਕਦੀ ਹੈ, ਤਾਂ ਉਹ ਗੁੱਡਸ ਦੇ ਪ੍ਰਾਈਸਿਸ 'ਤੇ ਡਿਪੈਂਡ ਕਰਦਾ ਹੈ। ਇਨਕਮ ਆਫ ਦਾ ਕੰਜ਼ਿਊਮਰ ਦੀ, ਉਪਭੋਗੀ ਦੀ ਕੀ ਆਮਦਨ ਹੈ। ਟੇਸਟ 'ਤੇ ਡਿਪੈਂਡ ਕਰਦਾ ਹੈ ਕੰਜ਼ਿਊਮਰ ਦਾ ਕੀ ਟੇਸਟ ਹੈ,
ठीक है। समटाइम्स ये भी चीज़ होंगी है कि तुसी जेकर तुहानूं कोई चीज़ बहुत डिलीशियस लगती है, बहुत वधिया लगती है, तुसी उसनूं महंगा भी खरीद लैंदे हो, ज़्यादा प्राइस के उत्ते भी तुसी उसनूं खरीद लैंदे हो। सो ये चीज़ इसलिए इग्नोर मन्नी गई है कि ये सारे वेरीएबल्स जदों भी बच्चे ये जदों बार दा साइन हुंदा है ना उपर किसी भी वेरीएबल ते, इकनॉमिक्स दे किसी भी मैक्रो माइक्रो कित्थे भी उपर बार पिया हुंदा है, तो इसका मतलब हुंदा कॉन्सटेंट। ये आप मन के चल रहे हैं कि ये स्टेबल नहीं, इन्हां 'च कोई चेंज नहीं हो रहा, असीं रिलेशनशिप सिर्फ ये दो वेरीएबल्स का कर रहे हैं। सो लास्ट है ई एक्सपैक्टेशनस ऑफ द कंज्यूमर दी एक्सपैक्टेशन की है। इनू आप बहुत डिटेल विच अगे आप करांगे जदों आप इसनों एक्सप्लेन करते हैं डिटरमिनेंट्स दे विच। अजम्पशनस यही ने बच्चे जिहड़ियां ये चीज़ां लिखियां हुई ने। अजम्पशनस हुंदियां ने कंडीशनस जिन्होंने आप मन के चलते हैं। इत्थे सिर्फ इक्को कंडीशन मन्नी गई है, अदर थिंग्स आर सेम। सो ये अदर थिंग्स नूं ही इत्थे अजम्पशनस दे विच एक्सप्लेन कर दिता गया। जिवें देखो, देयर शुड बी नो चेंज इन द प्राइस ऑफ रिलेटेड गुड, देयर शुड बी नो चेंज इन द इनकम ऑफ द कंज्यूमर, देयर शुड बी नो चेंज इन द टेस्ट एंड प्रेफरेंस ऑफ द कंज्यूमर, there should be no change in the wealth of the consumer should not expect any change in the price of the commodity in the near future। सो यही चीज़ां नूं assumptions दे विच explain कर दिता गया है। डिमांड स्कैड्यूल की हुंदा है? डिमांड स्कैड्यूल हुंदा है एक इहो जी सूची जिहदे विच किसी भी कमोडिटी दे अलग अलग रेट लिखे होण कि 1 रुपए दी 1 रुपए दी 2 रुपए दी होवे आइसक्रीम, 3 रुपए दी होवे आइसक्रीम, 4 रुपए दी होवे, ते कंज्यूमर दी इंडिविजुअल दी जिहड़ी है प्रैफरेंस लिखी होवे कि मैं 1 रुपए ते 4 खरीदना चाहना, 2 रुपए दे उत्ते 3 खरीदना चाहना, 3 रुपए ते 2 खरीदना चाहना, 4 रुपए ते 1 खरीदना चाहना। जे सिर्फ एक कंज्यूमर दी लिखी होवे जिवें कि इस केस दे विच, तां इसनूं आपां इंडिविजुअल डिमांड स्कैड्यूल बोलांगे कि 1 रुपए कीमत दे उत्ते 4 यूनिट स्टार आइसक्रीम खरीदना चाहुंदा है, 2 रुपए कीमत दे उत्ते क्योंकि प्राइस वध गया तां वो 3 आइसक्रीम खरीदना चाहता है, 3 रुपए कीमत ते 2, 4 रुपए ते 1। मार्केट डिमांड स्कैड्यूल हुंदा मार्केट विच 1 2 3 4 5 6 जिन्ने भी कंज्यूमर ने किसी कमोडिटी की डिमांड कर रहे हैं उस सारिਆਂ ਦਾ जोड़ की है, उसनूं आपां बोलते हैं मार्केट डिमांड स्कैड्यूल। तुहाडी किताब विच क्योंकि असीं सारे कंज्यूमर्स नूं टोटल नहीं कर सकते, बुक दे विच जिहड़ा है इसनूं सौखा बनाउण दे लई सिर्फ ये मन्निया गया कि मान लो कि आइसक्रीम नूं खरीदण वाले मार्केट दे विच सिर्फ 2 कंज्यूमर्स ने, कंज्यूमर ए ते कंज्यूमर बी। सो ये चीज़ एक्सप्लेन की गई है कि 1 रुपए ते ए कंज्यूमर 4 आइसक्रीमां खरीदना चाहुंदा पर बी कहंदा मैनूं ज़्यादा वधिया लगदी मैं तां 5 खरीदांगा। सो 4 5 9 मार्केट दे विच आ गए, मार्केट डिमांड होगी 1 रुपए ते 9, 2 रुपए ते ए डिमांड कर रहा 3 आइसक्रीम दी, बी डिमांड कर रहा 4 आइसक्रीम दी। सो टोटल हो गया 7 एंड सो ऑन। 3 रुपए दे उत्ते 3 + 2 = 5, 4 रुपए दे उत्ते 1 + 2 = 3। सो ये बन गई मार्केट डिमांड। हुण डिमांड कर्व की हुंदी है? एक इहो जी कर्व जिहड़ी कि ये सारियां पॉइंट्स नूं जोड़ के बनेगी। क्वांटिटी लिख दित्ती OX एक्सिस ते, प्राइस लिख दिता OY एक्सिस के उत्ते। मैक्सीमम कितना प्राइस है 1 to 4, डिमांड कितनी है 1 to 4। सो उसी तरीके दे नाल प्राइस भी 1 to 4 तक ले लिया, मैक्सीमम ते मिनीमम, ते डिमांड भी 1 to 4 तक ले लीती। 1 रुपए ते 4 सी, 1 रुपए प्राइस दे उत्ते 4, 2 रुपए दे उत्ते 3 सी, 3 रुपए दे उत्ते 2 सी, 4 रुपए दे उत्ते 1 सी। सो सारे पॉइंट्स नूं जोड़ के उत्ते बन गई इंडिविजुअल डिमांड कर्व। जे इसनूं मार्केट डिमांड कर्व बनाना होवे तो 3 डायग्राम बनणगे। पहले ए दा डिमांड स्कैड्यूल लिख देवांगे 1 4 2 3 3 2 4 1, सेम उसी तरीके नाल। सो ए सेम ही डायग्राम बन जाएगा। दूजा बी दे उत्ते 1 5 2 4 3 3 4 2। सो बी दी बना देंगे 1 ते 5 2 ते 4 3 ते 3 4 ते 2। बी दी डिमांड स्कैड्यूल बन गई। फिर लास्ट दे विच 1 9 2 7 3 5 4 3 इस तरीके नाल बना देंगे। 1 रुपए कीमत के उत्ते ये हमेशा याद रखियो कि प्राइस हमेशा OY एक्सिस ते ही आएगा तो क्वांटिटी हमेशा OX एक्सिस ते ही आएगी। ओके, सो 1 9
2 7 3 5 4 3। ਸੋ ਇਹ ਸਾਰਿਆਂ ਦੇ ਜੋੜ ਨੂੰ ਬਣ ਗਈ ਮਾਰਕੀਟ ਡਿਮਾਂਡ ਕਰਵ। ਇਹਨੂੰ ਬੋਲਦੇ ਨੇ ਆਪਾਂ 3 ਪੈਨਲ ਡਾਇਗਰਾਮ। ਇਹ 3 ਪੈਨਲ ਡਾਇਗਰਾਮ ਹੈ ਜਿਹੜੇ ਆਪਾਂ ਇੱਕੋ ਲਾਈਨ 'ਚ ਬਣਾਉਣੇ ਹੁੰਦੇ ਆ ਅਤੇ ਜਿਸ ਦਾ ਇੱਕ ਧੁਰਾ ਕੋਮਨ ਹੁੰਦਾ। ਜਿਵੇਂ ਇੱਥੇ 4 ਸਾਰਿਆਂ ਦਾ ਸੇਮ ਇੱਥੇ ਹੀ 4 ਆ ਰਿਹਾ, 3 ਇੱਥੇ ਸਾਰਿਆਂ ਦਾ 3 ਆ ਰਿਹਾ। ਇਸ ਨੂੰ ਇੱਕ ਸਾਈਡ ਜਦੋਂ ਕਿਸੇ ਵੀ ਸਾਈਡ ਦੀ ਇੱਕ ਸਾਈਡ ਸੇਮ ਹੋਵੇ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਪੈਨਲ ਡਾਇਗਰਾਮ। ਸੋ ਇੱਥੇ 3 ਨੇ, 1 2 3, ਤਾਂ ਇਸ ਨੂੰ ਬੋਲਾਂਗੇ ਆਪਾਂ 3 ਪੈਨਲ ਡਾਇਗਰਾਮ। ਰਾਜੇ ਇਹਦਾ ਅੱਗੇ ਐਕਸੈਪਸ਼ਨਸ ਆਫ ਡਿਮਾਂਡ, ਲਾ ਆਫ ਡਿਮਾਂਡ ਜਿਹੜਾ ਹੈ ਆਪਾਂ ਅਗਲੇ ਟੌਪਿਕ ਦੇ ਵਿੱਚ ਇਸ ਨੂੰ ਕੰਪਲੀਟ ਕਰਾਂਗੇ। ਜੇ ਇਸ ਦੇ ਵਿੱਚ ਕੁਝ ਵੀ ਪ੍ਰੋਬਲਮ ਹੋਵੇ ਤਾਂ ਯੂ ਕੈਨ ਆਸਕ ਫਰੋਮ ਮੀ। ਅਗਲੇ ਲੈਕਚਰ ਦੇ ਵਿੱਚ ਵੀ ਵਿਲ ਟਾਕ ਅਬਾਊਟ ਦ ਐਕਸੈਪਸ਼ਨਸ ਆਫ ਦ ਲਾ ਆਫ ਡਿਮਾਂਡ, ਕਿ ਕਿਸ ਤਰੀਕੇ ਦੇ ਨਾਲ ਵੈਬਲਨ ਗੁਡਸ ਜਿਹੜੀਆਂ ਕਿ ਬਹੁਤ ਪ੍ਰਤਿਸ਼ਠਾ ਸੂਚਕ ਵਸਤੂਆਂ ਹੁੰਦੀਆਂ ਨੇ। ਚਲੋ ਆਪਾਂ ਹੁਣੀ ਇਸ ਨੂੰ ਕਰ ਲੈਂਦੇ ਹਾਂ ਤਾਂ ਕਿ ਇਹ ਕੰਪਲੀਟ ਹੋ ਜਾਏਗਾ, ਥੋੜ੍ਹਾ ਜਿਹਾ ਹੀ ਰਹਿ ਗਿਆ। ਐਕਸੈਪਸ਼ਨਸ ਆਫ ਲਾ ਆਫ ਡਿਮਾਂਡ ਜਿਹੜਾ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਆ ਜਾਂਦਾ ਮਤਲਬ ਕਿ ਕਿਹੜੀਆਂ ਜਗ੍ਹਾਵਾਂ ਨੇ ਜਿੱਥੇ ਮੰਗ ਦਾ ਇਹ ਨਿਯਮ ਕਿ ਪ੍ਰਾਈਸ ਦੇ ਵਧਣ ਨਾਲ ਡਿਮਾਂਡ ਘਟੇਗੀ, ਪ੍ਰਾਈਸ ਦੇ ਘਟਣ ਨਾਲ ਡਿਮਾਂਡ ਵਧੇਗੀ, ਇਹ ਲਾਗੂ ਨਹੀਂ ਹੁੰਦਾ। ਹੁਣ ਪਿੱਛੇ ਜਿਹੜਾ ਆਪਣੇ ਡਿਮਾਂਡ ਦੀ ਕਰਵ ਦੇਖੀ ਸੀ ਤੁਸੀਂ, ਇਹ ਡਿਮਾਂਡ ਕਰਵ ਸੀ ਡਾਊਨਵਰਡ ਸਲੋਪਿੰਗ, ਉੱਪਰ ਤੋਂ ਨੀਚੇ ਵੱਲ, ਖੱਬੇ ਤੋਂ ਸੱਜੇ ਵੱਲ ਨੂੰ ਵੱਧ ਰਹੀ ਹੈ, ਮਤਲਬ ਕਿ ਪ੍ਰਾਈਸ ਸ਼ੋ ਕਰ ਰਹੀ ਹੈ। ਕਦੀ ਵੀ ਇਹ ਨੈਗੇਟਿਵ ਸ਼ੇਪ ਸ਼ੋ ਕਰਨੀ ਹੋਵੇ ਤਾਂ ਇਹ ਲਾ ਆਫ ਡਿਮਾਂਡ ਦੀ ਡੀ ਦੀ ਇਹ ਕਰਵ ਯਾਦ ਰੱਖਿਓ, ਇਹ ਨੈਗੇਟਿਵ ਰਿਲੇਸ਼ਨ ਸ਼ੋ ਕਰ ਰਹੀ ਹੈ। ਹੁਣ ਇਹ ਐਕਸੈਪਸ਼ਨਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨਸ਼ਿਪ ਸ਼ੋ ਕੀਤਾ ਪਿਆ, ਮਤਲਬ ਕਿ ਉਹ ਕਿਹੜੀਆਂ ਵਸਤੂਆਂ ਨੇ ਜਿੱਥੇ ਪ੍ਰਾਈਸ ਦੇ ਵਧਣ ਦੇ ਨਾਲ ਡਿਮਾਂਡ ਵਧਦੀ ਹੈ, ਪ੍ਰਾਈਸ ਦੇ ਵਧਣ ਨਾਲ ਡਿਮਾਂਡ ਵਧਦੀ ਹੈ। ਹੁਣ ਆਪਾਂ ਵੀ ਮਤਲਬ ਲਾ ਆਫ ਡਿਮਾਂਡ ਲਾਗੂ ਨਹੀਂ ਹੁੰਦਾ। ਸਭ ਤੋਂ ਪਹਿਲਾਂ ਆਰਟੀਕਲ ਆਫ ਡਿਸਟਿੰਕਸ਼ਨਸ, ਇਹਨੂੰ ਵੈਬਲਨ ਗੁਡਸ ਵੀ ਕਹਿੰਦੇ ਆ ਕਿਉਂਕਿ ਸਰ ਵੈਬਲਨ ਨੇ ਇਸ ਦੀ ਜਿਹੜੀ ਹੈ ਕਾਰਡ ਕੱਢੀ ਸੀ, ਅਮਰੀਕਨ ਇਕੋਨਮਿਸਟ ਸੀਗੇ। ਇਹ ਕਹਿੰਦੇ ਨੇ ਕਿ ਜਿਵੇਂ ਕਿ ਕੁਝ ਬੜੀਆਂ ਐਕਸੈਪਸ਼ਨਲ ਐਕਸਪੈਂਸਿਵ ਗੁਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਲੋਕ ਸਿਰਫ ਇਸ ਲਈ ਪਰਚੇਜ਼ ਕਰਦੇ ਨੇ ਕਿ ਇਹ ਸਾਡੀ ਪ੍ਰਤਿਸ਼ਠਾ ਮਤਲਬ ਕਿ ਦੱਸਦੀਆਂ ਨੇ ਕਿ ਸਾਡਾ ਮਾਰਕੀਟ ਵਿੱਚ ਸਮਾਜ ਵਿੱਚ ਕੀ ਸਟੇਟਸ ਹੈ। ਮੰਨ ਲਓ ਕਿ ਸਲਮਾਨ ਖਾਨ ਨੇ ਕੋਈ ਪੇਂਟਿੰਗ ਬਣਾਈ, ਉਹ 2 ਕਰੋੜ ਦੀ ਵਿਕ ਗਈ। ਉਹ ਪੇਂਟਿੰਗ ਵੀ ਨੋਰਮਲ ਕੋਈ ਸ਼ਾਇਦ ਮੇ ਵੀ ਕੋਈ ਪੇਂਟਰ ਹੋਵੇ ਉਹ ਵੀ ਬਹੁਤ ਵਧੀਆ ਪੇਂਟਿੰਗ ਬਣਾ ਦੇਵੇ, ਬਟ ਕਿਉਂਕਿ ਉਹ ਸਲਮਾਨ ਖਾਨ ਨੇ ਬਣਾਈ ਹੈ ਇਸ ਲਈ ਕਿਸੇ ਨੇ ਉਸਨੂੰ 2 ਕਰੋੜ ਦੇ ਵਿੱਚ ਪਰਚੇਜ਼ ਕਰ ਦਿੱਤਾ, ਇਹ ਸ਼ੋਅ ਕਰਨ ਦੇ ਲਈ ਕਿ ਹਾਂ ਵੀ ਦੇਖੋ ਮੇਰੇ ਤੋਂ ਕਿੰਨਾ ਪੈਸਾ ਹੈ, ਮੈਂ ਕਿੰਨਾ ਵੱਡਾ ਫੈਨ ਆ ਸਲਮਾਨ ਖਾਨ ਦਾ। ਸੋ ਇਸੇ ਤਰੀਕੇ ਨਾਲ ਜਿਹੜੇ ਕੀਮਤੀ ਡਾਇਮੰਡਸ ਹੁੰਦੇ ਨੇ, ਕੀਮਤੀ ਝੂਮਰ ਹੁੰਦੇ ਨੇ, ਗੋਲਡ ਹੁੰਦਾ ਹੈ, ਜਾਂ ਕੋਈ ਇਹੋ ਜਿਹੀਆਂ ਆਰਟ ਪੇਂਟਿੰਗਸ ਹੋ ਗਈਆਂ, ਕੋਈ ਇਹੋ ਜਿਹੀ ਚੀਜ਼ ਹੋ ਗਈ ਜਿਹੜੀ ਕਿ ਬਹੁਤ ਐਕਸਪੈਂਸਿਵ ਹੈ, ਗੱਡੀਆਂ ਹੋ ਗਈਆਂ ਬਹੁਤ ਹੀ ਮਹਿੰਗੀਆਂ ਵੀ, ਉਹ ਇਹੋ ਜਿਹੀਆਂ ਚੀਜ਼ਾਂ ਜਿਹਨੂੰ ਲੋਕ ਇਸ ਲਈ ਖਰੀਦਦੇ ਨੇ ਕਿ ਮੇਰਾ ਮਾਰਕੀਟ ਦੇ ਵਿੱਚ ਇੱਕ ਨਾਮ ਹੋਵੇ ਕਿ ਦੇਖੋ ਮੈਂ ਵੀ ਕੋਈ ਚੀਜ਼ ਹਾਂ, ਤਾਂ ਉਸ ਨੂੰ ਆਪਾਂ ਬੋਲਦੇ ਹਾਂ ਕਿ ਇਹਨਾਂ ਦੇ ਗੁਡਸ ਦੇ ਵਿੱਚ ਹਮੇਸ਼ਾ। ਹੁਣ ਜੇਕਰ ਸਲਮਾਨ ਖਾਨ ਦੀ ਇਹ ਪੇਂਟਿੰਗ ਜਿਹੜੀ ਹੈ 2 ਕਰੋੜ ਦੀ ਜਗ੍ਹਾ ਦੇ ਉੱਤੇ 20 ਰੁਪਏ ਦੀ ਵਿਕਦੀ ਤਾਂ ਉਸ ਦੀ ਉਨੀ ਵੈਲਿਊ ਨਹੀਂ ਹੁੰਦੀ ਜਿੰਨੀ ਜਿਸ ਲੈਵਲ ਦੇ ਉੱਤੇ ਉਹ ਜਦੋਂ ਜ਼ਿਆਦਾ ਕੀਮਤ ਦੇ ਉੱਤੇ ਖਰੀਦੀ ਜਾ ਰਹੀ ਹੈ। ਸੋ ਇਹ ਉਹ ਗੁਡਸ ਨੇ ਜਿਹੜੀਆਂ ਕਿ ਲੋਕ ਜ਼ਿਆਦਾ ਪ੍ਰਾਈਸ ਦੇ ਉੱਤੇ ਹੀ ਖਰੀਦਣੀਆਂ ਪਸੰਦ ਕਰਦੇ ਨੇ ਕਿਉਂਕਿ ਇਹ ਸਮਾਜ ਵਿੱਚ ਉਹਨਾਂ ਦਾ ਰੁਤਬਾ ਸ਼ੋਅ ਕਰਦੀਆਂ ਨੇ। ਦੂਜਾ ਹੈ ਇਗਨੋਰੈਂਸ। ਇਗਨੋਰੈਂਸ ਕਿਸ ਚੀਜ਼ ਦੀ ਹੁੰਦੀ ਹੈ? ਇਗਨੋਰੈਂਸ ਇਹ ਹੁੰਦੀ ਹੈ ਕਿ ਕਈ ਵਾਰ ਤੁਸੀਂ ਮਾਰਕੀਟ ਦੇ ਵਿੱਚ ਜਾਂਦੇ ਹੋ, ਕੋਈ ਪ੍ਰੋਡਕਟ ਨੂੰ ਖਰੀਦਦੇ ਹੋ, ਤੁਹਾਨੂੰ ਲੱਗਦਾ ਕਿ ਜੇ ਇਹ ਸਸਤਾ ਮਿਲ ਰਿਹਾ ਤਾਂ ਇਹ ਘਟੀਆ ਹੋਏਗਾ, ਇਹ ਇਗਨੋਰੈਂਸ ਹੈ। ਇਸ ਲਈ ਅਸੀਂ ਉਸ ਪ੍ਰੋਡਕਟ ਨੂੰ ਘੱਟ ਕੀਮਤ ਦੇ ਉੱਤੇ ਨਹੀਂ ਖਰੀਦਦੇ, ਪਰ ਜਦੋਂ ਉਸੇ ਪ੍ਰੋਡਕਟ ਦੀ ਕੀਮਤ ਵੱਧ ਜਾਂਦੀ ਹੈ, ਜਿਵੇਂ ਕਿ ਕੋਈ ਲਿਪਸਟਿਕਸ ਹੋ ਗਈਆਂ, ਲਿਪਸਟਿਕਸ ਲੇਡੀਜ਼ ਬਹੁਤ ਸੋਚ ਕੇ ਪਰਚੇਜ਼ ਕਰਦੀਆਂ ਨੇ। ਜੇ ਕੋਈ ਲਿਪਸਟਿਕ 150 ਰੁਪਏ ਦੀ ਮਿਲ ਰਹੀ ਹੈ, ਠੀਕ ਹੈ, ਤੁਸੀਂ ਇਹ ਸੋਚੋਗੇ ਨਹੀਂ ਯਾਰ ਇਹ ਘਟੀਆ ਹੋਏਗੀ, ਇਹ ਕੀ 150 ਰੁਪਏ ਦੀ ਕੋਈ ਲਿਪਸਟਿਕ ਆਉਂਦੀ ਹੈ, ਅਸੀਂ ਇਹ ਸੋਚ ਕੇ ਨਹੀਂ ਪਰਚੇਜ਼ ਕਰਦੇ। ਪਰ ਜਦੋਂ ਜੇ ਉसी ਪ੍ਰੋਡਕਟ ਦਾ ਪ੍ਰਾਈਸ 150 ਤੋਂ 450 500 ਤੇ ਹੋ ਗਿਆ, ਸਾਨੂੰ ਲੱਗਦਾ ਕਿ ਹਾਂ ਵੀ ਇਹ ਮਹਿੰਗਾ ਹੈ ਤਾਂ ਇਹ ਵਧੀਆ ਹੋਏਗਾ, ਇਸ ਲਈ ਅਸੀਂ ਉਸਨੂੰ ਵੱਧ ਪ੍ਰਾਈਸ ਦੇ ਉੱਤੇ ਖਰੀਦਣਾ ਜ਼ਿਆਦਾ ਪਸੰਦ ਕਰਦੇ ਹਾਂ। ਇਸ ਤੋਂ ਬਾਅਦ ਹੈ ਗਿਫਨ ਗੁਡਸ। ਗਿਫਨ ਗੁਡਸ ਕੇਸ ਦੇ ਵਿੱਚ ਇਹ ਹੁੰਦਾ ਹੈ ਕਿ ਜਦੋਂ ਵੀ ਇਹਨਾਂ ਗੁਡਸ ਦੀ ਪ੍ਰਾਈਸ ਜਿਹੜੀ ਹੈ ਉਹ ਘੱਟ ਜਾਂਦੀ ਹੈ, ਜਿਹੜੀ ਪ੍ਰਾਈਸ ਹੁੰਦੀ ਹੈ ਉਸ ਤੋਂ ਵੀ ਜੇ ਘੱਟ ਜਾਏ ਤਾਂ ਕੰਜ਼ਿਊਮਰ ਦੀ ਰੀਅਲ ਇਨਕਮ ਇਨਕਰੀਜ਼ ਹੋ ਜਾਂਦੀ ਹੈ। ਮਤਲਬ ਕਿ ਜੇ ਮੰਨ ਲਓ ਕਿ ਪਹਿਲੇ ਤੁਸੀਂ ਇਸ ਨੂੰ 100 ਰੁਪਏ ਦਾ ਖਰੀਦ ਰਹੇ ਹੋ, ਠੀਕ ਹੈ, ਜੇ ਇਸ ਦਾ ਪ੍ਰਾਈਸ 70 ਰੁਪਏ ਹੋ ਗਿਆ, ਹੁਣ ਤੁਸੀਂ ਪਹਿਲੇ ਇਸ ਨੂੰ 100 ਰੁਪਏ ਦਾ ਪਰਚੇਜ਼ ਕਰ ਰਹੇ ਸੀਗੇ ਅਤੇ ਜਦੋਂ 100 ਰੁਪਏ ਵਿੱਚ ਵੀ ਤੁਸੀਂ ਇਸ ਨੂੰ ਅਫੋਰਡ ਕਰ ਸਕਦੇ ਸੀ, ਜਦੋਂ ਇਹਦਾ ਪ੍ਰਾਈਸ ਡਿਕਰੀਜ਼ ਹੋ ਕੇ 70 ਰੁਪੀਜ਼ ਹੋ ਗਿਆ, ਮਤਲਬ ਕਿ ਤੁਸੀਂ 30 ਰੁਪਏ ਹਜੇ ਹੋਰ ਲਗਾ ਸਕਦੇ ਹੋ, ਤੁਹਾਡੇ 30 ਰੁਪਏ ਬਚ ਰਹੇ ਨੇ ਇਸ ਕਮੋਡਿਟੀ 'ਤੇ। ਇਸ ਲਈ ਤੁਸੀਂ ਇਸ ਕਮੋਡਿਟੀ ਜਗ੍ਹਾ ਦੇ ਉੱਤੇ ਇਸ ਤੋਂ ਸੁਪੀਰੀਅਰ ਜਿਹੜੀ ਕਮੋਡਿਟੀ ਮਿਲ ਰਹੀ ਹੈ ਉਸ ਨੂੰ ਪਰਚੇਜ਼ ਕਰਨਾ ਜ਼ਿਆਦਾ ਪਸੰਦ ਕਰੋਗੇ। ਸੋ ਗਿਫਨ ਗੁਡਸ ਦੇ ਕੇਸ ਦੇ ਵਿੱਚ ਵੀ ਲਾ ਆਫ ਡਿਮਾਂਡ ਲਾਗੂ ਨਹੀਂ ਹੁੰਦਾ।
ਐਕਸੈਪਸ਼ਨਸ ਆਫ ਦ ਰਾਈਜ਼ ਔਰ ਫਾਲ ਇਨ ਦ ਪ੍ਰਾਈਸ। ਇਹਦਾ ਮਤਲਬ ਕੀ ਹੈ, ਮੰਨ ਲਓ ਕਿ ਹੁਣ ਪਿੱਛੇ ਜੇ ਕੀ ਹੋਇਆ ਸੀ, ਗੋਲਡ ਦੇ ਪ੍ਰਾਈਸਿਸ ਇੱਕਦਮ ਚੇਂਜ ਹੋ ਗਏ ਸੀ। ਜੇ ਆਪਾਂ ਇਸ ਚੀਜ਼ ਨੂੰ ਮੰਨੀਏ ਕਿ ਗੋਲਡ ਦਾ ਪ੍ਰਾਈਸ ਮੰਨ ਲਓ ਕਿ ਅੱਜ 35,000 ਰੁਪਏ ਹੈ, ਠੀਕ ਹੈ, ਤੇ ਇਹ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਗੋਲਡ ਦਾ ਪ੍ਰਾਈਸ ਹੋਰ ਜ਼ਿਆਦਾ ਵੱਧ ਜਾਏਗਾ, ਇਹ 40,000 ਹੋ ਜਾਏਗਾ, ਠੀਕ ਹੈ, ਤੇ ਇਹ 35,000 ਕੱਲ ਇਹ ਪ੍ਰਾਈਸ 32,000 ਸੀ, ਕੱਲ ਇਹ ਪ੍ਰਾਈਸ 32,000 ਸੀ ਗੋਲਡ ਦਾ, ਠੀਕ ਹੈ, ਮਤਲਬ ਕਿ ਅੱਜ ਇਹ ਪ੍ਰਾਈਸ ਇਨਕਰੀਜ਼ ਹੋ ਕੇ 35,000 ਹੋ ਗਿਆ। ਤੁਹਾਨੂੰ ਹਜੇ ਲੱਗ ਰਿਹਾ ਹੈ ਕਿ ਇਹ ਹਜੇ ਹੋਰ ਵੀ ਇਨਕਰੀਜ਼ ਹੋਏਗਾ, ਠੀਕ ਹੈ, ਤਾਂ ਤੁਸੀਂ ਅੱਜ ਵੱਧ ਕੀਮਤ 'ਤੇ ਵੀ ਇਸ ਨੂੰ ਖਰੀਦਣਾ ਪਸੰਦ ਕਰੋਗੇ ਜ਼ਿਆਦਾ, ਚਾਹੇ ਇਹਦਾ ਪ੍ਰਾਈਸ ਇਨਕਰੀਜ਼ ਹੋਇਆ, ਚਾਹੇ ਇਸਦਾ ਪ੍ਰਾਈਸ ਇਨਕਰੀਜ਼ ਹੋਇਆ 32,000 ਤੋਂ 35,000 ਹੋ ਗਿਆ, ਫਿਰ ਵੀ ਤੁਸੀਂ ਇਸ ਨੂੰ ਜ਼ਿਆਦਾ ਖਰੀਦੋਗੇ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਕੱਲ੍ਹ ਇਸਦਾ ਪ੍ਰਾਈਸ 40,000 ਹੋ ਜੇ। ਜੇ ਇਹੀ ਐਗਜ਼ਾਮਪਲ ਨੂੰ ਅੱਗੇ ਕੰਟੀਨਿਊ ਕਰੀਏ ਕਿ ਕੱਲ੍ਹ ਗੋਲਡ ਦਾ ਪ੍ਰਾਈਸ 20,000 ਸੀ, ਠੀਕ ਹੈ, ਅੱਜ ਇਸ ਦਾ ਪ੍ਰਾਈਸ ਡਿਕਰੀਜ਼ ਹੋ ਕੇ 18,000 ਹੋ ਗਿਆ, ਤੁਹਾਨੂੰ ਇਹ ਲੱਗ ਰਿਹਾ ਕਿ ਇਹ ਹਜੇ ਹੋਰ ਗੋਲਡ ਪ੍ਰਾਈਸਿਸ ਡਿਕਰੀਜ਼ ਹੋਣਗੇ ਤੇ ਕੱਲ ਨੂੰ ਹੋਰ ਹਫਤੇ ਨੂੰ ਇਹ 12,000 ਰੁਪਇਆ ਹੋ ਜਾਏਗਾ, ਤਾਂ ਤੁਸੀਂ ਅੱਜ ਕੀਮਤ ਘੱਟ ਹੋਣ 'ਤੇ ਵੀ ਇਸ ਦੀ ਡਿਮਾਂਡ ਨਹੀਂ ਕਰੋਗੇ, ਘੱਟ ਕਰੋਗੇ। ਸੋ ਆਪਣੇ ਆਪ ਜਦੋਂ ਕੀਮਤ ਘੱਟ ਗਈ ਡਿਮਾਂਡ ਵਧਣੀ ਚਾਹੀਦੀ ਹੈ, ਪਰ ਇੱਥੇ ਡਿਮਾਂਡ ਘੱਟ ਰਹੀ ਹੈ, ਕਿਉਂਕਿ ਕੰਜ਼ਿਊਮਰ ਦੀ ਐਕਸਪੈਕਟੇਸ਼ਨ ਕਹਿੰਦੀ ਹੈ ਕਿ ਪ੍ਰਾਈਸ ਹੋਰ ਘਟੇਗਾ। ਸੋ ਇਹ ਪੋਜ਼ੀਟਿਵ ਰਿਲੇਸ਼ਨਸ਼ਿਪ ਬਣ ਗਿਆ, ਤਾਂ ਇਸ ਲਈ ਇੱਥੇ ਵੀ ਲਾ ਆਫ ਡਿਮਾਂਡ ਲਾਗੂ ਨਹੀਂ ਹੁੰਦਾ। ਅਗਲੇ ਲੈਕਚਰ 'ਚ ਰਾਜੇ ਅਸੀਂ ਡਿਟਰਮੀਨੈਂਟਸ ਆਫ ਡਿਮਾਂਡ ਜਾਂ ਡਿਮਾਂਡ ਫੰਕਸ਼ਨ ਦੀ ਗੱਲ ਕਰਾਂਗੇ। ਟਿਲ ਦੈਨ ਜੇਕਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਥੈਂਕ ਯੂ, ਗੋਡ ਬਲੈਸ ਯੂ।